कॉर्पोरेशन, लोकल एमएलए, लोकल एमएलए, लोकल काउंसलर, लोकल काउंसलर, लोकल गवर्नमेंट, हाय 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 हाय, लोकल गवर्नमेंट, लोकल ठेकेदार, लोकल कंट्रैक्टर, लोकल गवर्नमेंट, लोकल गवर्नमेंट, हाय 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 हाय, लोकल गवर्नमेंट, लोकल ठेकेदार, लोकल ठेकेदार, जिंदाबाद। असूल ये ਹੁੰਦਾ जी कॉमन इंजीनियर ਨੂੰ ਪਤਾ ਹੈ ਕਿ ਪਹਿਲਾਂ ਕੰਪਰੈਸ਼ਨ ਹੁੰਦੀ ਹੈ ਸੋਇਲ ਦੀ, ਫਿਰ ਉਹਦੇ ਤੇ ਗਟਕਾ ਪੈਂਦਾ ਹੈ, ਫਿਰ ਉਹਦੇ ਤੇ ਲੁੱਕ ਪੈਂਦੀ ਹੈ। ਇਹਨਾਂ ਨੇ ਮਿੱਟੀ ਦੇ ਉੱਤੇ ਹੀ ਲੁੱਕ ਪਾਤੀ। ਇਹਦੇ 'ਚ ਗਿਰਿਆ ਬੰਦਾ ਜੇ ਰਾਤ ਨੂੰ ਗਿਰ ਜੇ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਇਹ 12-15 ਫੁੱਟ ਡੂੰਘੀ ਹੈਗੀ ਆ ਔਰ ਇਹਦੇ 'ਚ ਗਿਰੇ ਆ, ਸਕੂਟਰ ਵਾਲੇ ਵੀ ਗਿਰੇ ਆ, ਟਰੱਕ ਵੀ ਗਿਰੇ ਆ, ਕਾਰਾਂ ਵੀ ਗਿਰੀਆਂ ਹੈਗੀਆਂ। ਹੁਣ ਜਿਹੜਾ ਅਣਜਾਣ ਬੰਦਾ ਆਉਂਦਾ ਉਹਨੂੰ नहीं पता। हमने कई बार यहाँ के जो लोकल हमारे यहाँ के रिप्रेजेंटेटिव्स हैं उनको बुलाए, वो आए भी, हमारे सोसाइटी में आए, लेकिन उन लोगों ने सिर्फ आश्वासन देकर के कहा कि हम कर देंगे। रोते रोते 2 साल लग गए इसको कारपेटिंग करते हुए। कारपेटिंग से पहले यहाँ यह हाल था कि स्विमिंग पूल बने हुए थे, यहाँ तक टखने तक आदमी पानी में चला जाता था। यह हालत है, यहाँ पर इतने एक्सीडेंट हुए हैं, दिन में रात में भी यहाँ से चलना बहुत मुश्किल होता है। क्रेडिट लेने के लिए तो सारे पॉलिटिशियंस आ गए। ਜਿਹੜਾ ਸਾਡਾ ਮੇਜਰ ਕੰਸਰਨ ਹੈ ਬੀਇੰਗ ਅ ਫੀਮੇਲ, ਸਾਡੇ ਪੂਰੇ ਰੋਡ ਤੇ ਜਦੋਂ ਆਪਾਂ ਹਾਈ ਗਰਾਊਂਡ ਰੋਡ ਤੇ ਐਂਟਰ ਕਰਦੇ ਹਾਂ ਸਾਡੇ ਕੋਲ ਕੋਈ ਸਟਰੀਟ ਲਾਈਟ ਨਹੀਂ ਹੈਗੀ ਹੈ। ਜੇ ਆਪਾਂ ਦੇਰ ਸਵੇਰ ਇੱਥੇ ਆਉਂਦੇ ਹਾਂ ਕੰਪਲੀਟਲੀ ਬਲੈਕ ਆਊਟ ਹੁੰਦਾ ਹੈ। ਸੇਫਟੀ ਕੰਸਰਨ ਹੈ, ਚਲੋ ਠੀਕ ਹੈ, ਜਿਨ੍ਹਾਂ ਦੇ ਕੋਲ 4 ਵੀਲਰ ਹੈ ਠੀਕ ਹੈ, ਜਿਹੜੀ ਲੇਡੀਜ਼ 2 ਵੀਲਰ ਤੇ ਆਉਂਦੀਆਂ ਉਹਨਾਂ ਦੇ ਵਾਸਤੇ ਸਾਰਿਆਂ ਤੋਂ ਵੱਡਾ ਮੇਜਰ ਕੰਸਰਨ ਹੈ कि रातों रात ये रोड बना दिया गया। चाहे बारिश हो, चाहे कुछ हो, मौसम ख़राब हो, रातों रात ये रोड बना दिया गया। और तरह तरह की पार्टियां आई, उन्होंने फ़ोटो खींचा, नारियल फोड़ा, अखबार में डाला और अपना अपना काम करके निकल गए। ਅੱਜ ਅਸੀਂ ਤੁਹਾਨੂੰ ਹਾਈ ਗਰਾਊਂਡ ਸੜਕ ਦਾ ਹਾਲ ਦਿਖਾਵਾਂਗੇ ਜਿਸ ਨੇ ਲੋਕਾਂ ਦਾ ਜੀਣਾ ਬੇਹਾਲ ਕੀਤਾ ਹੋਇਆ ਹੈ। ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸੜਕ ਦੇ ਵਿੱਚ ਇਹ ਗਹਿਰੇ ਖੱਡੇ ਕਿਸੇ ਵੱਡੇ ਹਾਦਸੇ ਨੂੰ ਨਿਮੰਤਰਣ ਦੇ ਰਹੇ ਨੇ। ਕੁਝ ਲੋਕ ਵੀ ਇੱਥੇ ਨੇੜੇ ਤੇੜੇ ਦੀਆਂ ਸੁਸਾਇਟੀਆਂ ਦੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਸ ਕਾਰਨ ਦਿੱਕਤਾਂ ਆਉਂਦੀਆਂ। ਉਸ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਤਾਜ਼ਾ ਖਬਰ 24 ਤੇ ਮੈਂ ਦੇਵ ਸ਼ਰਮਾ ਸਭ ਦਾ ਸਵਾਗਤ ਕਰਦਾ। ਸੋ ਗੱਲਬਾਤ ਕਰ ਲੈਂਦੇ ਹਾਂ, ਇੱਥੇ ਲੋਕ ਮੌਜੂਦ ਨੇ, ਲੋਕਾਂ ਦੇ ਵਿੱਚ ਭਾਰੀ ਰੋਸ਼ ਹੈ, ਉਹਨਾਂ ਤੋਂ ਗੱਲਬਾਤ ਪੁੱਛ ਲੈਂਦੇ ਹਾਂ ਕੀ ਗੱਲਬਾਤ ਹੈ ਤੇ ਕਿਸ ਤਰ੍ਹਾਂ ਇਹ ਖੱਡੇ ਪਏ ਨੇ। ਸਰ ਕੀ ਨਾਂ ਹੈ ਜੀ? ਮੇਰਾ ਨਾਂ ਜੀ ਸ਼ਸ਼ੀਪਾਲ ਸਿੰਘ ਧਾਲੀਵਾਲ, ਮੈਂ ਤ੍ਰਿਸ਼ਲਾ ਸਿਟੀ ਦਾ ਰੈਜ਼ੀਡੈਂਟ ਹੈਗਾ ਸਿੰਸ 2016। ਇਹ ਤ੍ਰਿਸ਼ਲਾ ਸਿਟੀ ਦੀ ਜਿਹੜੀ ਸੜਕ ਹੈ ਨਾ ਜੀ, ਇਹ ਮਿਊਨਿਸਪਲ ਕਾਉਂਸਲ ਨੇ ਪਹਿਲਾਂ ਸੀਵਰੇਜ ਪਾਇਆ ਸੀ ਮਾਰਚ ਦੇ ਵਿੱਚ, ਉਸ ਤੋਂ ਬਾਅਦ ਇਹਦੀ ਕਾਰਪੇਟਿੰਗ ਕੀਤੀ ਹੈ। ਔਰ ਪ੍ਰੋਬਲਮ ਇਹ ਹੈ ਕਿ ਨਾ ਤਾਂ ਸੀਵਰੇਜ ਪਹਿਲਾਂ ਪਾਉਣ ਲੱਗੇ ਇਹਨਾਂ ਨੇ ਮਿੱਟੀ ਠੀਕ ਤਰ੍ਹਾਂ ਪਾਈ, ਕੰਪਰੈਸ ਨਹੀਂ ਕੀਤੀ, ਔਰ ਉੱਪਰ ਇਹਨਾਂ ਨੇ ਲੁੱਕ ਪਾਤੀ। ਔਰ ਆਹ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਫੁੱਟਪਾਥ ਵੀ ਬਣਾਤਾ। ਨਾ ਤਾਂ ਮਿੱਟੀ ਨੂੰ ਕਿਉਰਿੰਗ ਹੋਈ, ਨਾ ਕੰਪਰੈਸਿੰਗ ਹੋਈ। ਹੁਣ ਇਹਦੇ ਤੇ ਐਕਸੀਡੈਂਟ ਹੋ ਰਿਹਾ, ਸਕੂਟਰਾਂ ਵਾਲੇ ਗਿਰ ਰਹੇ ਆ, ਕਾਰਾਂ ਵਾਲੇ ਗਿਰ ਰਹੇ ਆ, ਟਰੱਕ ਵਾਲੇ ਗਿਰ ਰਹੇ ਆ, ਔਰ ਇਹ ਬਿਜ਼ੀ ਰੋਡ ਹੈਗੀ ਹੈ। ਇਹ ਸੀਵਰੇਜ ਕਦੋਂ ਪਾਇਆ ਗਿਆ ਸੀਗਾ? ਇਹ ਮਾਰਚ 'ਚ ਪਾਇਆ ਗਿਆ ਜੀ। ਉਸ ਤੋਂ ਬਾਅਦ ਇਹ ਜਿਹੜਾ ਟਾਈਲਾਂ ਵਗੈਰਾ ਲਾਈਆਂ ਗਈਆਂ ਉਹ ਇਹ ਕਦੋਂ ਲਾਈਆਂ ਸੀ? ਇਹ ਜੀ 2 ਮਹੀਨੇ ਹੋਏ ਆ, ਮਈ ਜੂਨ ਦੇ ਵਿੱਚ ਲੱਗੀਆਂ ਹੈਗੀਆਂ। ਉਸ ਤੋਂ ਪਹਿਲਾਂ ਕਾਰਪੇਟਿੰਗ ਨਹੀਂ ਤਾਂ ਅਸੂਲ ਇਹ ਹੁੰਦਾ ਜੀ ਕॉमन ਇੰਜੀਨੀਅਰ ਨੂੰ ਪਤਾ ਹੈ ਕਿ ਪਹਿਲਾਂ ਕੰਪਰੈਸ਼ਨ ਹੁੰਦੀ ਹੈ ਸੋਇਲ ਦੀ, ਫਿਰ ਉਹਦੇ ਤੇ ਗਟਕਾ ਪੈਂਦਾ ਹੈ, ਫਿਰ ਉਹਦੇ ਤੇ ਲੁੱਕ ਪੈਂਦੀ ਹੈ। ਇਹਨਾਂ ਨੇ ਮਿੱਟੀ ਦੇ ਉੱਤੇ ਹੀ ਲੁੱਕ ਪਾਤੀ। ਅੱਛਾ, ਮਤਲਬ ਜਿਹੜਾ ਡਾਇਰੈਕਟ ਕੰਮ ਕਰਦਾ, ਮਿੱਟੀ ਪਾਤੀ, ਲੁੱਕ ਪਾਤੀ, ਫਿਰ ਟਾਈਲਾਂ ਲਾਤੀਆਂ। ਬਿਲਕੁਲ ਮਿੱਟੀ ਵੀ ਬਿਲਕੁਲ ਪੋਲੀ ਜੀ। ਹਾਂ, ਉਹ ਸਾਰੀ ਥੱਲੇ ਬੈਠ ਗਈ। ਆ ਜਿਹੜਾ ਸਾਡਾ ਮੇਨ ਐਂਟਰੈਂਸ ਹੈ ਸਾਰਾ ਭਰਿਆ, 2-3 ਵੱਡੇ ਟਰੱਕ ਪਾਏ ਆ ਤਾਂ ਇੱਥੇ ਰਸਤਾ ਬਣਿਆ ਜਾਣ ਦਾ। ਹੁਣ ਇਹਦੇ ਵਿੱਚ ਅਕਸਰ ਐਕਸੀਡੈਂਟ ਹੁੰਦੇ ਆ। 20-25 ਇੱਥੋਂ ਬੱਸਾਂ ਸਕੂਲ ਦੀਆਂ ਜਾਂਦੀਆਂ 에ਅਰਫੋਰਸ ਸਟੇਸ਼ਨ ਨੂੰ, ਆ ਪਿੰਡਾਂ ਵਾਲੇ ਇਹਨਾਂ ਦੀਆਂ ਟਰਾਲੀਆਂ ਜਾਂਦੀਆਂ, ਸਾਡੀਆਂ ਕਾਰਾਂ ਸਕੂਟਰ ਹੈ, ਕੋਈ ਸਟਰੀਟ ਲਾਈਟ ਨਹੀਂ ਹੈ। ਅਕਸਰ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਹੈ, ਕਈ ਵਾਰ ਪਾਣੀ ਭਰ ਜਾਂਦਾ ਹੋਣਾ, ਪਤਾ ਹੀ ਨਹੀਂ ਲੱਗਦਾ ਹੋਣਾ ਕਿ ਖੱਡਾ। ਨਹੀਂ ਜੀ, ਨਹੀਂ ਪਤਾ ਨਹੀਂ ਲੱਗਦਾ ਕਿੱਥੇ ਖੱਡਾ ਕਿੱਥੇ ਸੜਕ ਹੈ। ਇਹ ਤਾਂ ਮਤਲਬ ਹੈ ਕਈ ਡੈਥ ਟ੍ਰੈਪਸ ਹੈ। ਇਹਦੇ 'ਚ ਗਿਰਿਆ ਬੰਦਾ ਜੇ ਰਾਤ ਨੂੰ ਗਿਰ ਜੇ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਇਹ 12-15 ਫੁੱਟ ਡੂੰਘੀ ਹੈਗੀ ਆ
ਔਰ ਇਹਦੇ ਚ ਗਿਰੇ ਆ, ਸਕੂਟਰ ਵਾਲੇ ਵੀ ਗਿਰੇ ਆ, ਟਰੱਕ ਵੀ ਗਿਰੇ ਆ, ਕਾਰਾਂ ਵੀ ਗਿਰੀਆਂ ਹੈਗੀਆਂ। ਹੁਣ ਜਿਹੜਾ ਅਣਜਾਣ ਬੰਦਾ ਆਉਂਦਾ ਉਹਨੂੰ ਨਹੀਂ ਪਤਾ। ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਥੋੜਾ ਜਿਹਾ ਪਤਾ, ਸੀ ਬਚ ਕੇ ਨਿਕਲ ਜਾਂਦੇ ਹਾਂ, ਪਰ ਨਵੇਂ ਬੰਦੇ ਨੂੰ ਤਾਂ ਬਿਲਕੁਲ ਨਹੀਂ ਪਤਾ। ਕੋਈ ਆਪਣਾ ਨਗਰ ਕੌਂਸਲ ਤੇ ਕਿਸੇ ਨੂੰ ਕਿਹਾ ਨਹੀਂ, ਕਿਸੇ ਨੇ ਹੁਣ ਤੱਕ ਸੁੱਧ ਬੁੱਧ ਨਹੀਂ ਲਈ ਸੀ? ਨਹੀਂ ਜੀ ਨਹੀਂ, ਨਗਰ ਕੌਂਸਲ ਤੋਂ ਕੋਈ ਨਹੀਂ ਆਇਆ। ਜਦੋਂ ਬਣੀ ਸੀ ਉਦੋਂ ਕ੍ਰੈਡਿਟ ਲੈਣ ਲਈ ਬੜੇ ਆ ਜਾਂਦੇ ਆ। ਹੋਰ ਵੀ ਲੋਕ ਮੌਜੂਦ ਹੈ, ਗੱਲਬਾਤ ਕਰਦੇ हैं। सर ਕੀ ਨਾਂ है ਤੁਹਾਡਾ? मेरा नाम डॉक्टर कुचरू है। मैं यहाँ त्रिशला सिटी में रहता हूँ। पिछले लगभग 2 वर्ष से, मैं 2 साल से रह रहा हूँ। किस तरह ਦੀਆਂ ਦਿੱਕਤਾਂ ਆ ਰਹੀਆਂ? दिक्कत यहाँ 2 साल से हमने देखा, ये जो रोड है ये इतना डेथ ट्रैप है, इतना मैंने कहीं पर भी नहीं देखा है। इतना इग्नोर किया गया है सिटीजन्स की वॉइसेस को। हमने कई बार यहाँ के जो लोकल हमारे यहाँ के रिप्रेजेंटेटिव्स हैं उनको बुलाया, वो आए भी, हमारे सोसाइटी में आए, लेकिन उन लोगों ने सिर्फ आश्वासन दे करके कहा कि हम कर देंगे। रोते रोते 2 साल लग गए इसको कारपेटिंग करते हुए। कारपेटिंग से पहले यहाँ यह हाल था कि स्विमिंग पूल बने हुए थे, यहाँ तक टखने तक आदमी पानी में चला जाता था। 2-3 लेडीज़ रात को आई स्कूटर पे, 2 व्हीलर पे, उनके एक्सीडेंट्स हो गए। उसके बाद उन्होंने जो कारपेटिंग की, ये कारपेटिंग, इसमें इतना मुझे लगता है कि क्या इंजीनियरिंग मार्वल इन्होंने कर दिया कि ये तो 10th वंडर ऑफ द वर्ल्ड बना दिया। आपके सामने देखिए ये हालत है। यहाँ पर इतने एक्सीडेंट हुए हैं, दिन में रात में भी यहाँ से चलना बहुत मुश्किल होता है। क्रेडिट लेने के लिए तो सारे पॉलिटिशियंस आ गए, हमें रोक के कहते थे, साहब देखो हमने रास्ता बना दिया, हमने यहाँ पेवर्स लगा दिए, फुटपाथ बना दिया आपके लिए। हम तो बड़े खुश हुए, लेकिन पहली रेनफॉल में, फर्स्ट रेनफॉल ऑफ द सीज़न, उसमें ये नीचे धंस गया। और यहाँ पर बहुत से लोग जो मतलब अनजान थे, पानी से उसका लेवल बराबर हो गया था, गाड़ी समेत अंदर चले गए। अगर मतलब गॉड फॉरबिड, अगर मान लो कोई यहाँ कैजुअल्टी होती, सीरियस कैजुअल्टी, कौन जिम्मेदार था उसका? तो ये बहुत ही दुर्भाग्यपूर्ण है, अनफॉर्चुनेट है कि हमारे यहाँ लोकल रिप्रेजेंटेटिव्स भी ध्यान नहीं देते। कोई इंस्पेक्शन को भी नहीं आया, यहाँ पर कोई इंस्पेक्शन करने के लिए भी नहीं आया कि क्या किया क्या नहीं किया। ਨਗਰ ਕੌਂਸਲ ਨੂੰ ਕੋਈ चिट्ठी लिखी है या ਉਹਨਾਂ ਕੋਲ गए? चिट्ठी नहीं सर, वो यहाँ एमएलए आए थे, मिस्टर शर्मा हमारी सोसाइटी में आकर के गए, और उनके जितने भी बाकी लोग थे यहाँ, उनके रिप्रेजेंटेटिव्स, वो सब यहाँ पर आकर के हमको आए। दूसरी पॉलिटिकल पार्टी वाले भी आ गए, क्योंकि उस वक्त इलेक्शन थे कि हाँ जी हम ये सब करवा देंगे, बहुत बढ़िया बना देंगे। ये टोटली रेजिडेंशियल एरिया है, यहाँ पर बड़ी बड़ी सोसाइटियाँ हैं और यहाँ पर स्कूल भी है आगे, और इसलिए ये बहुत ही सेंसिटिव इशू है जिस पर कि सरकार को तुरंत से तुरंत ध्यान देना चाहिए। वो क्या चाहते हैं, यहाँ से कोई कंधे पे उठा करके ले जाएं, क्या उसका इंतजार ये कर रहे हैं? ਸੋ ਸਾਫ਼ ਤੌਰ ਤੇ ਰਾਜਨੀਤਿਕ ਪਾਰਟੀਆਂ ਦੇ ਆਰੋਪ ਲੱਗ ਰਹੇ ਨੇ ਕਿ ਰਾਜਨੀਤਿਕ ਪਾਰਟੀਆਂ ਜਦੋਂ ਕੋਈ ਕੰਮ ਹੁੰਦਾ ਹਰੇਕ ਆਪਣੇ ਝੰਡੇ ਥੱਲੇ ਆ ਕੇ ਆਪਣੀ ਪ੍ਰਮੋਸ਼ਨ ਕਰਨ ਪਹੁੰਚ ਜਾਂਦੀ ਹੈ, ਪਰ ਜਦੋਂ ਇੱਥੇ ਸੜਕ ਦਾ ਹਾਲ ਬੇਹਾਲ ਹੋ ਜਾਂਦਾ ਉਸ ਤੋਂ ਬਾਅਦ ਕੋਈ ਵੀ ਜਿਹੜੀ ਹੈਗੀ ਆਮ ਲੋਕਾਂ ਦੀ ਸੁੱਧ ਬੁੱਧ ਨਹੀਂ ਲੈਂਦਾ। ਹੋਰ ਵੀ ਲੋਕ ਮੌਜੂਦ ਨੇ। ਸਰ ਆਪਣਾ ਕੀ ਨਾਂ ਹੈ ਜੀ? ਪ੍ਰੀਤਮ ਸਿੰਘ ਹੈ ਜੀ। ਪ੍ਰੀਤਮ ਜੀ ਇੱਥੇ ਨੇੜੇ ਤੇੜੇ ਪਿੰਡ ਦੇ ਰਹਿਣ ਵਾਲੇ ਹੋ? ਹਾਂ, ਪਿੰਡ ਨਾਭਾ ਪਿੰਡ ਦੇ ਯਾਰ। ਨਾਭੇ ਪਿੰਡ ਦੇ। ਕਿਸ ਤਰ੍ਹਾਂ ਦੀਆਂ ਇਸ ਕਾਰਨ ਦਿੱਕਤ ਆ ਰਹੀਆਂ? ਇਹ ਬਹੁਤ ਦਿੱਕਤਾਂ ਆ ਰਹੀ ਜੀ। ਸਾਡੇ ਟਰੈਕਟਰ ਟਰੈਲੀ ਇੱਥੇ ਆਉਂਦੇ ਆ, ਵਿੱਚ ਗਿਰ ਜਾਂਦੇ ਆ, ਬੜੀ ਔਖੀ ਕੱਢਦੇ ਆ ਗੱਡੀਆਂ ਹੈ ਜੀ। ਰੋਡ ਜੋ ਅਸੀਂ ਜ਼ਮੀਨਾਂ ਵਿੱਚ ਵੀ ਜਾਂਦੇ ਆ ਨਾ, ਤਾਂ ਵੀ ਇੱਥੇ ਟਰੈਕਟਰ ਟਰੈਲੀ ਗਿਰ ਜਾਂਦੀ ਹੈ, ਕਈ ਵਾਰੀ ਗਿਰੀ ਹੈ। ਸੋ ਪਿੰਡ ਵਾਲਿਆਂ ਦੇ ਵੀ ਜਿਹੜੇ ਟਰੈਕਟਰ ਟਰਾਲੀਆਂ ਕਈ ਵਾਰ ਇੱਥੇ ਫਸ ਚੁੱਕੇ ਨੇ। ਹੋਰ ਵੀ ਲੋਕ ਮੌਜੂਦ ਨੇ। ਸਰ ਆਪਣਾ ਨਾਂ ਕੀ ਹੈ ਜੀ? सुभाष तनेजा मेरा नाम है। अच्छा जी। मैं यहाँ त्रिशला सिटी में रहता हूँ। अब सुभाष जी किस तरह ਦੀਆਂ ਦਿੱਕਤਾਂ ਆ ਰਹੀਆਂ? दिखता है तो मैं कल ही यहाँ स्कूटर पे जा रहा था, मैं गिरता बचा हूँ। ओके। कल आगे से कार आ रही थी, मैं इधर से जा रहा था, तो जाते हुए क्या कि कार ने थोड़ा सा इधर किया, तो मैं इधर जाते जाते जो है बच गया। ਸੋ ਸਾਫ਼ ਤੌਰ ਤੇ ਅਸੀਂ ਦਿਖਾਣਾ ਚਾਹਾਂਗੇ ਕਿ ਜਿਹੜੀ ਸੜਕ ਹੈ ਇਹ ਟੈਲਾਂ ਲੱਗੀਆਂ ਹੋਈਆਂ ਨੇ। ਘੱਟੋ ਘੱਟ 4 ਫੁੱਟ ਹੈ, ਜਿਹੜਾ 4 ਫੁੱਟ ਦੀ ਇਹਦੀ ਗਹਿਰਾਈ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲੋਕਾਂ ਨੇ ਜਿਹੜੇ ਆਰੋਪ ਵੀ ਲਾਏ ਨੇ ਕਿ ਇਹਨਾਂ ਨੇ ਇਸ ਦੇ ਸੀਵਰੇਜ ਪਾਉਣ ਦੇ ਬਾਅਦ ਮਿੱਟੀ ਪਾ ਕੇ ਤੇ ਉੱਪਰ ਸਿਰਫ ਲੁੱਕ ਪਾ ਕੇ ਤੇ ਇਹ ਸੜਕ ਬਣਾ ਦਿੱਤੀ ਗਈ ਸੀ, ਜਿਸ ਦੇ ਵਿੱਚ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਮਾਲ ਨਹੀਂ ਪਾਇਆ ਗਿਆ, ਜਿਸ ਕਾਰਨ ਇਹ ਠੋਸ ਤੇ ਟਿਕੀ ਰਵੇ। ਸੋ ਵੱਡੇ ਲੋਕਾਂ ਦੇ ਆਰੋਪ ਲੱਗ ਰਹੇ ਨੇ ਤੇ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਰਾਜਨੀਤਿਕ ਪਾਰਟੀਆਂ ਆਉਂਦੀਆਂ ਤੇ ਪ੍ਰਮੋਸ਼ਨ ਵੇਲੇ ਹਰੇਕ ਪਾਰਟੀ ਆਉਂਦੀ ਹੈ, ਪਰ ਉਸ ਤੋਂ ਬਾਅਦ ਕੋਈ ਵੀ ਕੰਮ ਨਹੀਂ ਕਰਦੀ। ਹੋਰ ਵੀ ਇੱਥੇ ਕੁਝ ਮਹਿਲਾਵਾਂ ਵੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਜੀ ਮੈਡਮ ਕੀ ਨਾਂ ਹੈ ਜੀ? ਸਮੋਨਾ। ਮੋਨਾ ਜੀ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ? ਸਰ ਦੇਖੋ, ਸਾਰਿਆਂ ਤੋਂ ਵੱਡਾ ਜਿਹੜਾ ਸਾਡਾ ਮੇਜਰ ਕੰਸਰਨ ਹੈ, ਬੀਇੰਗ ਅ ਫੀਮੇਲ, ਸਾਡੇ ਪੂਰੇ ਰੋਡ ਤੇ ਜਦੋਂ ਆਪਾਂ ਹਾਈ ਗਰਾਊਂਡ ਰੋਡ ਤੇ ਐਂਟਰ ਕਰਦੇ ਹਾਂ, ਸਾਡੇ ਕੋਲ ਕੋਈ ਸਟਰੀਟ ਲਾਈਟ ਨਹੀਂ ਹੈਗੀ ਹੈ। ਜੇ ਆਪਾਂ ਦੇਰ ਸਵੇਰ ਇੱਥੇ ਆਉਂਦੇ ਹਾਂ, ਕੰਪਲੀਟਲੀ ਬਲੈਕ ਆਊਟ ਹੁੰਦਾ ਹੈ। ਸੇਫਟੀ ਕੰਸਰਨ ਹੈ, ਚਲੋ ਠੀਕ ਹੈ, ਜਿਨ੍ਹਾਂ ਦੇ ਕੋਲ 4 ਵੀਲਰ ਹੈ ਠੀਕ ਹੈ, ਜਿਹੜੀ ਲੇਡੀਜ਼ 2 ਵੀਲਰ ਤੇ ਆਉਂਦੀਆਂ ਉਹਨਾਂ ਦੇ ਵਾਸਤੇ ਸਾਰਿਆਂ ਤੋਂ ਵੱਡਾ ਮੇਜਰ ਕੰਸਰਨ ਹੈ। ਦੂਜੀ ਚੀਜ਼ ਸਰ, ਜਿਹੜੀ ਇਹ ਰੋਡ ਟੁੱਟੀ ਹੋਈਆਂ ਨੇ, ਹੁਣ ਜੇ ਤੁਸੀਂ ਅੱਗੇ ਜਾ ਕੇ ਦੇਖੋਗੇ, ਆਪਾਂ ਪਟਿਆਲੇ ਵੱਲ ਜਾਂਦੇ ਹਾਂ, ਪਟਿਆਲੇ ਰੋਡ ਵੱਲ ਜਾਂਦੇ ਹਾਂ, ਲੈਫਟ ਸਾਈਡ ਤੇ ਸਾਰੀ ਰੋਡ ਟੁੱਟੀਆਂ ਹੋਈਆਂ ਨੇ। ਜੇ ਇਕੱਠੀ 2 ਗੱਡੀਆਂ ਆਊਗੀ ਨਾ ਸਰ, ਇੱਕ ਗੱਡੀ ਜਾਂ ਤਾਂ ਪਾਸੇ ਰੁਕੂਗੀ, ਅਦਰਵਾਈਜ਼ ਕੀ ਹੁੰਦਾ ਹੈ, ਕਈ ਵਾਰ ਇੱਦਾਂ ਹੁੰਦਾ ਹੈ ਕਿ ਰਾਤ ਨੂੰ ਦੂਜੀ ਗੱਡੀ ਜਿਹੜੀ ਸਪੀਡ 'ਚ ਚੱਲੀ ਹੈ
ਤੇ ਤੁਹਾਡੇ ਲਈ ਇੱਕ ਸੇਫਟੀ ਕੰਸਰਨ ਨਹੀਂ ਹੈਗਾ ਕਿ ਜੇ ਗੱਡੀ ਓਬਵੀਅਸਲੀ ਤੁਹਾਡੀ ਗੱਡੀ ਡਿਸਬੈਲੈਂਸ ਹੋ ਸਕਦੀ ਹੈ, ਤੁਹਾਡੇ ਲਈ ਇੱਕ ਲਾਈਕ ਮੇਜਰ ਕੰਸਰਨ ਹੈਗਾ। ਐਂਡ ਸਾਰਾ ਤੋਂ ਵੱਡਾ ਕੰਸਰਨ ਹੈ ਸਰ ਸਟਰੀਟ ਲਾਈਟ ਦਾ। ਰਾਤ ਨੂੰ ਤੁਸੀਂ ਆਓਗੇ 6 ਵਜੇ 7 ਵਜੇ ਆਉਂਦੇ ਹੋ ਸਰ, ਬਿਲਕੁਲ ਹਨੇਰਾ ਹੁੰਦਾ ਹੈ। ਸੋ ਮਹਿਲਾਵਾਂ ਨੂੰ ਦਿੱਕਤ ਹੁੰਦੀ ਹੋਣੀ ਸਾਰਿਆਂ ਰਾਤ ਤੋਂ ਵੱਡੀ ਵੇਲੇ। प्रॉब्लम है सर, सारे तो बड़ी प्रॉब्लम हैगी है कि स्पेशली जब तुम टू व्हीलर से जाने हो या फिर आप देखिए कि यहाँ से लेबर क्लास है या सोसाइटीज़ हैं जो लेडीज़ पैदल चल के भी जाती हैं रात में, तो यहाँ पे कोई सेफ्टी है ही नहीं। डर भी लगता होगा सर सेफ्टी कंसर्न वही है ना, सबसे बड़ा सेफ्टी कंसर्न है हम लोगों के लिए कि हम लोग यहाँ पे अपने आप को सेफ फील, रात में निकलते हुए सेफ फील नहीं है सर यहाँ पे। ਇਸ ਦਾ ਜ਼ਿੰਮੇਵਾਰ ਕੌਣ ਹੈ, ਕੀ ਲੱਗਦਾ ਹੈ ਕੌਣ ਜ਼ਿੰਮੇਵਾਰ ਹੈ? सर देखो जिम्मेदार के अगर हम बात देखते हैं कि ये जो सड़कें हैं ये अभी लॉकडाउन के अंदर ही बनी है। लॉकडाउन की अगर हम बात करते हैं अप्रैल या मई के मंथ में ही जो सड़कें ये बनी है, अगर 2-3 महीने के अंदर जो भी ये रिस्पॉन्सिबल है या आपका एडमिनिस्ट्रेशन है या जिसने भी चीज़ है, रिस्पॉन्सिबिलिटी सीधे सीधे वो लोग लेते नहीं है ना उस चीज़ की, और रिस्पॉन्सिबल तो वही लोग हैं कि अगर आप कुछ चीज़ बना रहे हो, इतनी रिक्वेस्ट इतनी चीज़ें बोलने के बाद अगर कुछ चीज़ें बन रही है बट उसका रिजल्ट क्या है, अगर 2 महीने में वो चीज़ें एज इट इज़ हो जाती हैं और ज़्यादा लोगों के लिए एक सेफ्टी कंसर्न करते हैं कि हाँ ठीक है जो पहले टूटी सड़क थी वो ठीक सीगा, ये तो सीधे सीधे किसी का भी कुछ भी एक्सीडेंट हो सकता है, किसी को भी सट वज सकती है, ये ज़्यादा कंसर्न है सर लोगों वास्ते। ਸੋ ਜਿਸ ਤਰ੍ਹਾਂ ਕਿ ਜ਼ੀਰਕਪੁਰ ਦੇ ਕਾਰਨਾਮੇ ਕਿਸੇ ਤੋਂ ਲੁਕੇ ਨਹੀਂ ਹੋਏ, ਇੱਥੋਂ ਦੇ ਜਿਹੜੇ ਪਹਿਲਾਂ ਵੀ ਈਓ ਲਗਾਤਾਰ ਈਓਆਂ ਦੇ ਈਓ ਜਿਹੇ ਜਿਹੇ ਉਹਦੇ ਤੇ ਵੱਡੀ ਕਾਰਵਾਈਆਂ ਹੋਈਆਂ, ਸਸਪੈਂਡ ਕੀਤੇ ਗਏ ਨੇ, ਉਸ ਦੇ ਬਾਵਜੂਦ ਵੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਜਿਹੜੇ ਕੰਮਕਾਰ ਨੇ ਪਹਿਲਾਂ ਵਾਂਗੇ ਚੱਲ ਰਹੇ ਨੇ, ਉਸੇ ਤਰ੍ਹਾਂ ਜਿਹੜੀਆਂ ਸੜਕਾਂ ਟੁੱਟ ਰਹੀਆਂ ਨੇ, ਜਿਹੜਾ ਘਟੀਆ ਮਟੀਰੀਅਲ ਹੈ ਉਹ ਯੂਜ਼ ਕੀਤਾ ਜਾ ਰਿਹਾ। ਹੋਰ ਵੀ ਲੋਕ ਮੌਜੂਦ ਨੇ। ਸਰ ਕੀ ਨਾਂ ਹੈ ਜੀ ਆਪਣਾ? मेरा नाम एस के सिन्हा है हाँ जी। और मैं 2017 में यहाँ पे आया था। सिन्हा जी केड़ी सोसाइटी से रहने? मैं त्रिशला सिटी में रहता हूँ। मैं इस रोड के बारे में कुछ खुलासा करता हूँ। आज लोग भी मौजूद हैं, आप भी मौजूद हो, मीडिया भी मौजूद है, इसका मैं टोटल खुलासा करता हूँ जी। 2017 में जब हम यहाँ पे आए, सबसे पहले आपको ये समझना है कि ये रोड है क्या। ये रोड में आपने एक बोर्ड देखा होगा, वहाँ पे लिखा हुआ है रेस्ट्रिक्टेड एंट्री डिफेंस रोड। ये डिफेंस का रोड है और ये एयरफोर्स स्टेशन के अंदर आता है, ये डिफेंस लैंड है। और यहाँ पे ये झगड़ा था पहले बिल्डर्स के साथ, एमसी के साथ कि ये रोड एयरफोर्स का है, इसको कोई और यूज़ नहीं करेगा, और इसके पीछे कोर्ट में केसेस है, हाई कोर्ट में भी लंबित है केसेस। जब मैं यहाँ पे आया तो ये हमें पता चला कि इस रोड को कोई हाथ नहीं लगा सकता है, एमसी इसको ठीक नहीं कराएगी, एयरफोर्स वाले कहते हैं हम ठीक कराएंगे, तो लोग इसको तोड़ देते हैं। मैं यहाँ पे जब आया था तो मैं थोड़ा सा समाज सेवा करता हूँ, सोशल वर्क एक हम करते हैं थोड़ा सा, तो हम यहाँ पे एक छोटा सा स्कूल चलाते हैं हम तारे के नाम से। यहाँ पे एक मंदिर है त्रिशला सिटी के साथ, त्रिशला सिटी का मंदिर, और उस स्कूल में 40-50 बच्चे पढ़ते हैं। हमने क्या किया, सोचा कि ये कैसे इस रोड का ठीक किया जाए, और हमने अपने तरफ से एयरफोर्स को अप्रोच किया कि इसका कैसे हल निकलेगा। और मैंने अपना एक मेमोरेंडम दिया एयरफोर्स को, लेटर दिया कि आप हमें इजाज़त दीजिए, हम इस रोड को ठीक करा देते हैं अपने एनजीओ की तरफ से। एयरफोर्स ने कहा कि एनजीओ का इतना काम नहीं होना चाहिए। एमसी को बुलाया गया, एनजीओ बैठा और एयरफोर्स बैठ के हमने एक तय किया कि इस रोड को कैसे ठीक करें। एयर हेडक्वार्टर्स को चिट्ठी भेजी गई और उस चिट्ठी में ये आया कि एमसी को इसको रिपेयर करने का परमिशन दे देते हैं हम। इसको एमसी को दे नहीं सकते, लेकिन रिपेयर करने का परमिशन दे दिया गया। मैं आपको लेटर दूंगा जिसमें आई एम ऑल्सो पार्टी टू इट। और एमसी ने फिर उसका टेंडर पास करके 65 लाख के करीब इस रोड का पास हुआ है। लेकिन उससे पहले एक सीवरेज का काम करना था, सीवर का काम था, वो भी कोई 70-75 लाख का काम था। सीवर का जब काम हुआ, यहाँ पे गड्ढे खोदे गए, पाइप डाले गए, उसके बाद उसको पाइप लगाने के बाद बंद करने का भी काम होता है। ये आप 70-75 लाख का काम कह रहे हैं? हाँ, ये मेरे पास ऑन रिकॉर्ड है। ये मैं आपको 70-75 लाख रुपया लगा होगा जितना ये काम हमें नहीं पता। हमने पेपर्स देखे हैं कि इतना पैसा इसमें सैंक्शन हुआ है, इनको इतना सैंक्शन हुआ है, यही मैं बता रहा हूँ ना, इतना सैंक्शन हुआ है। ये एमसी कर रही है। ये जब सीवर यहाँ पे डला, उसके बाद इस पे ऊपर मिट्टी डाल के चले गए, उसके बाद रोड का काम शुरू हुआ। जब रोड का काम शुरू हुआ तो तुरंत, जैसे आपने अभी सबसे सुना होगा कि रातों रात ये रोड बना दिया गया, चाहे बारिश हो, चाहे कुछ हो, मौसम ख़राब हो, रातों रात ये रोड बना दिया गया। और तरह तरह की पार्टियां आई, उन्होंने फ़ोटो खींचा, नारियल फोड़ा, अखबार में डाला और अपना अपना काम करके निकल गए। ठीक है, हम लोग जो इसके पीछे, यहाँ पे सबको पता है कि हमने इसके लिए संघर्ष किया। डेढ़ साल मेरे को यहाँ पे एयरफोर्स वालों को मनाते हुए हो गया जी। यहाँ पे राम मूर्ति जी हैं जो इनके कमांडर हैं, उनके हाथ पांव जोड़े कि भाई यहाँ इतने लोग रहते हैं और यहाँ हाथ पांव टूटे हैं। 24 लोग एक दिन में गिरे थे यहाँ पे बारिशों में, और वो अखबार में भी आया था। मैं खुद यहाँ पे खड़ा था, मेरे साथ एक यहाँ कपिल जिंदल है, वो भी खड़े थे। हमने यहाँ खड़े होकर लोगों को हॉस्पिटल पहुँचाया। सर हुण की मंग है प्रशासन तो? मंग ये है जी कि जेड़ा पैसा सैंक्शन होया, एक पैसे का अकाउंटेबिलिटी होना चाहिए। हर पैसे का इंडिया च एक ही कमी है, एक प्रॉब्लम है, वी डोंट हैव एनी अकाउंटेबिलिटी। चाहे वो सबसे छोटा हो, चाहे वो सबसे बड़ा हो,
क्योंकि अगर अकाउंटेबिलिटी की बात आती है तो वहाँ पे शायद कंटेम्प्ट ऑफ कोर्ट की बात हो जाती है। ਸੋ ਸਾਫ਼ ਤੌਰ ਤੇ ਲੋਕਾਂ ਦੇ ਜਿਹੜੇ ਗੰਭੀਰ ਆਰੋਪ ਲਾਏ ਜਾ ਰਹੇ ਨੇ ਲੋਕਾਂ ਵੱਲੋਂ, ਤੇ ਹੁਣ ਮੰਗ ਇਹ ਵੀ ਉੱਠ ਰਹੀ ਹੈ ਕਿ ਜਿਹੜਾ ਪੈਸਾ ਇੱਥੇ ਲੱਗਿਆ ਉਸ ਦਾ ਪਾਈ ਦਾ ਜਿਹੜਾ ਹਿਸਾਬ ਹੈ ਹੁਣ ਲੋਕ ਮੰਗ ਰਹੇ ਨੇ, ਕਿਉਂਕਿ ਲੋਕਾਂ ਦੇ ਟੈਕਸ ਦੀ ਕਮਾਈ ਹੈ, ਲੋਕ ਟੈਕਸ ਪੇ ਕਰਦੇ ਨੇ ਸਰਕਾਰਾਂ ਨੂੰ। ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੱਕ ਵਾਰ ਇਹ ਕੀਤਾ ਹੋਇਆ ਕੰਮ ਪੋਲ ਖੋਲ ਰਿਹਾ ਪ੍ਰਸ਼ਾਸਨ ਦੀ। ਸਰ ਕੀ ਨਾਂ ਹੈ ਜੀ? ਸੁਸ਼ੀਲ ਅਗਰਵਾਲ। ਸੁਸ਼ੀਲ ਜੀ, ਕਿਸ ਤਰ੍ਹਾਂ ਦੀ ਸਮੱਸਿਆ ਮਹਿਸੂਸ ਕਰਦੇ ਹੋ? ਦੇਖੋ ਜੀ, ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਤੇ ਇਹਦੇ 'ਚ ਕੁਝ ਕਹਿਣ ਦੀ ਜ਼ਰੂਰਤ ਨਹੀਂ ਬਚਦੀ। ਬਾਕੀ ਇਹ ਹੈ ਕਿ ਇਹਦੇ ਸਟਰੀਟ 'ਤੇ ਲਾਈਟ ਨਹੀਂ ਹੈ। ਕਦੀ ਸ਼ਾਮ ਨੂੰ ਸਵੇਰ ਨੂੰ ਅਰਲੀ ਮਾਰਨਿੰਗ ਪੈਦਲ ਆਉਣਾ ਪਵੇ ਜਾਂ ਹੋਵੇ ਤੇ ਬੜੀ ਪਰੇਸ਼ਾਨੀ ਹੁੰਦੀ ਹੈ। ਬਾਕੀ ਇਸ ਬਾਰੇ ਤਾਂ ਕੀ ਸੋ ਸੜਕ ਟੁੱਟੀ ਹੋਈ ਹੈ, ਇਸ ਨੂੰ ਵੀ ਜਲਦ ਤੋਂ ਜਲਦ ਪ੍ਰਸ਼ਾਸਨ ਸਹੀ ਕਰਾਵੇ, ਲੋਕਾਂ ਦੀ ਮੰਗ ਹੈ। ਇਸ ਦੇ ਨਾਲ ਸਟਰੀਟ ਲਾਈਟਾਂ ਦੀ ਵੀ ਮੰਗ ਉੱਠ ਰਹੀ ਹੈ। ਕੋਸ਼ਿਸ਼ ਕਰਾਂਗੇ ਇਸ ਮਾਮਲੇ ਸੰਬੰਧੀ ਨਗਰ ਕੌਂਸਲ ਦੇ ਈਓ ਜਾਂ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋ ਸਕੇ ਤੇ ਉਹਨਾਂ ਦੀ ਰਾਏ ਵੀ ਜ਼ਰੂਰ ਜਾਣਾਂਗੇ, ਉਹ ਇਸ ਬਾਰੇ ਕੀ ਕਹਿੰਦੇ ਨੇ। ਐਮੀ ਸਾਹਿਬ, ਇਹ ਹਾਈ ਗਰਾਊਂਡ ਦੀ ਸੜਕ ਦਬਣ ਦਾ ਮਸਲਾ ਹੈ, ਲੋਕ ਬੜੇ ਪਰੇਸ਼ਾਨ ਹੋ ਗਏ, ਕੀ ਕਹਿਣਾ ਚਾਹੋਗੇ? ਹਾਈ ਗਰਾਊਂਡ ਦੇ ਵਿੱਚ ਕਿਹਾ ਸੀਗਾ ਜੀ ਅਸੀਂ ਰੋਡ ਬਣਾਈ ਹੈ, ਉਹ ਥੋੜ੍ਹੀ ਦੇਰ ਪਹਿਲਾਂ ਉੱਥੇ ਸੀਵਰ ਪਿਆ ਸੀਗਾ, ਠੀਕ ਹੈ ਜੀ। ਔਰ ਕੁਝ ਹਾਈ ਗਰਾਊਂਡ ਵਾਲੇ ਜਿਹੜੇ 에ਅਰ ਫੋਰਸ ਵਾਲਿਆਂ ਦਾ ਸਾਰਾ ਪ੍ਰੈਸ਼ਰ ਸੀਗਾ ਵੀ ਇਹ ਰੋਡ ਨੂੰ ਇਮੀਡੀਏਟਲੀ ਬਣਾ ਦਿਓ, ਲੇਕਿਨ ਹੋਇਆ ਕਿ ਜੋ ਬਰਸਾਤ ਪਈ ਹੈ, ਬਰਸਾਤ ਨਾਲ ਉਹ ਸੀਵਰ ਵਾਲੀ ਜਗ੍ਹਾ ਥੋੜ੍ਹੀ ਬੈਠ ਗਈ ਹੈ। ਲੇਕਿਨ ਸਾਡੇ ਧਿਆਨ 'ਚ ਮਸਲਾ ਜੀ, ਤੁਸੀਂ ਵੀ ਲਿਆਂਦਾ, ਵੈਸੇ ਵੀ ਸਾਡੇ ਧਿਆਨ 'ਚ ਮਸਲਾ, ਅਸੀਂ ਇਹਨੂੰ ਇਮੀਡੀਏਟਲੀ ਜਿਹੜਾ ਕੰਸਰਨ ਠੇਕੇਦਾਰ ਆ ਉਹਨੂੰ ਠੀਕ ਕਰਾ ਕੇ ਦੇ ਦੇਗਾ। ਐਸੀ ਕੋਈ ਪ੍ਰੋਬਲਮ ਨਹੀਂ, ਠੀਕ ਹੋ ਜਾਏਗਾ ਜੀ। ਸਰ ਵੈਸੇ ਕੁਝ ਲੋਕ ਆਰੋਪ ਵੀ ਲਾ ਰਹੇ ਸੀ ਕਿ ਜਿਹੜਾ ਉਸ ਦੇ ਵਿੱਚ ਸਮਾਨ ਹੈ ਉਹ ਘੱਟ ਪਾਇਆ ਗਿਆ, ਜਿੰਨੀ ਜ਼ਰੂਰਤ ਉਹਨਾਂ ਪਾਇਆ ਨਹੀਂ, ਐਸੀ ਕੋਈ ਗੱਲ ਨਹੀਂ, ਪੂਰੀ ਥਿਕਨੈਸ ਸਭ ਕੋ ਬਰਾਬਰ। ਮੈਂ ਤੁਹਾਨੂੰ ਦੱਸਿਆ ਨਾ ਜੀ, ਨਾਲ ਦੇ ਏਰੀਆ ਦੇ ਵਿੱਚ ਸੀਵਰ ਪਿਆ, ਉਹ ਸੀਵਰ ਬੈਠ ਗਿਆ। ਸੀਵਰ ਬੈਠਣ ਦੇ ਨਾਲ ਕੁਝ ਰੋਡ ਦਾ ਐਜ, ਜੇ ਰੋਡ ਖਰਾਬ ਹੁੰਦੀ, ਪੂਰੀ ਰੋਡ ਖਰਾਬ ਹੁੰਦੀ, ਇਹ ਐਜ ਤੋਂ ਹੀ ਖਰਾਬ ਹੋਈ ਰੋਡ ਦੀ, ਦੇਖੋ ਤੁਸੀਂ ਧਿਆਨ ਕੀਤਾ। ਇਸ ਕਰਕੇ ਮਟੀਰੀਅਲ ਦੀ ਕੋਈ ਪ੍ਰੋਬਲਮ ਨਹੀਂ। ਤੇ ਲੋਕਾਂ ਦੀ ਸਮੱਸਿਆ ਦਾ ਹੱਲ ਕਦੋਂ ਤੱਕ? ਬਹੁਤ ਜਲਦੀ ਕਰਾ ਜਾ, ਸਾਡੀ ਇਹ ਸਮੱਸਿਆ ਬਹੁਤ ਗਹਿਰੀ ਸਮੱਸਿਆ ਜੀ, ਅਸੀਂ ਜਲਦ ਤੋਂ ਜਲਦ ਇਹ ਠੀਕ ਕਰਾ ਰਹੇ ਹਾਂ ਜੀ।